मैं नकली पास्टर किया से, लेकिन मैडम ने सो कॉल्ड पास्टर किया। इस चीज को कंडेम करने के लिए और जो मशरूम्स की तरह जो फेक प्रीस्ट्स और सो कॉल्ड चर्चेस या सोसाइटीज या एनजीओज चल रहे हैं, जो जगह जगह जो इलीगल चर्चेस हैं वो बंद किए जाएं, और तो लीगल चर्चेस हैं जिसमें एंग्लिकन चर्च, रोमन कैथोलिक चर्च और स्कॉटलैंड चर्च, ये 3 चर्चेस इंडियन चर्च एक्ट या क्रिश्चियन लॉ में आते हैं। ਮੈਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਸ਼ਾਇਦ ਚਿੰਤਤ ਨਹੀਂ ਹੈ ਇਹਨਾਂ ਵੱਲੋਂ ਵਰਤੇ ਕ੍ਰੂਸੇਡ ਸ਼ਬਦ ਨੂੰ ਲੈ ਕੇ। ਇੱਕ ਤਾਂ ਜਿਹੜੇ ਸੋ ਕਾਲਡ ਪਾਸਟਰ ਹੈ ਪਿੰਡਾਂ ਦੇ ਵਿੱਚ ਪੰਜਾਬੀ ਭਾਸ਼ਾ ਨਾਲੋਂ ਤੋੜ ਰਹੇ, ਬੱਚਿਆਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਤੋਂ ਰੋਕਿਆ ਜਾ ਰਿਹਾ, ਇੱਥੋਂ ਤੱਕ ਲੰਗਰ ਦੇ ਪ੍ਰਤੀ ਨਫ਼ਰਤ ਫੈਲਾਈ ਜਾ ਰਹੀ। ਈਸਾਈਅਤ ਦੇ ਨਾਮ ਦੇ ਉੱਤੇ ਜਿਹੜਾ ਪਖੰਡ ਜਾਂ ਭਰਮਜਾਲ ਫੈਲਾਇਆ ਜਾ ਰਿਹਾ, ਅਸੀਂ ਜਾਣਕਾਰੀ ਲੈਣ ਵਾਸਤੇ ਐਂਗਲੀਕਨ ਚਰਚ दूसरिया ਜਿਹੜੀਆਂ ਚਰਚਸ ਨੇ ਉਹਨਾਂ ਨਾਲ ਵੀ ਜਿਹੜਾ ਸੰਪਰਕ ਸਾਧਿਆ। ਜੋ ਕੁਝ ਅੱਜ ਵਾਪਰ ਰਿਹਾ ਹੈ, ਈਸਾਈਅਤ ਦੇ ਨਾਮ ਦੇ ਉੱਤੇ ਜਿਹੜਾ ਪਖੰਡ ਜਾਂ ਭਰਮਜਾਲ ਫੈਲਾਇਆ ਜਾ ਰਿਹਾ, ਉਹਦੇ ਸੰਬੰਧੀ ਅਸੀਂ ਜਾਣਕਾਰੀ ਲੈਣ ਵਾਸਤੇ ਐਂਗਲੀਕਨ ਚਰਚ दूसरिया ਜਿਹੜੀਆਂ ਚਰਚਸ ਨੇ ਉਹਨਾਂ ਨਾਲ ਵੀ ਜਿਹੜਾ ਸੰਪਰਕ ਸਾਧਿਆ और कोशिश कर रहे हैं कि ਅਸੀਂ ਵੈਟੀਕਨ ਤੋਂ ਵੀ ਜਿਹੜਾ ਕਲੈਰੀਫਿਕੇਸ਼ਨ ਲਈਏ ਕਿ ਜੋ ਕੁਝ ਪੰਜਾਬ ਦੇ ਵਿੱਚ ਇਹ ਮੈਂ ਨਕਲੀ ਪਾਸਟਰ ਕਿਹਾ ਸੀ, ਲੇਕਿਨ ਮੈਡਮ ਨੇ ਸੋ ਕਾਲਡ ਪਾਸਟਰ ਕਿਹਾ ਕਿ ਜੋ ਸੋ ਕਾਲਡ ਪਾਸਟਰ ਪੰਜਾਬ ਦੀ ਧਰਤੀ ਦੇ ਉੱਤੇ ਕਰ ਰਹੇ ਕਿ ਇਹ ਸਹੀ ਕਰ ਰਹੇ ਜਾਂ ਗਲਤ ਕਰ ਰਹੇ। ਇੱਕ ਸ਼ਬਦ ਕ੍ਰੂਸੇਡ ਵਰਤਿਆ ਜਾ ਰਿਹਾ ਇਹਨਾਂ ਵੱਲੋਂ श्री ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਮੋਗੇ ਦੀ ਧਰਤੀ ਤੇ। ਇਹਦਾ ਮਤਲਬ ਹੁੰਦਾ ਧਰਮ ਯੁੱਧ। ਇਹ ਕਿਸ ਖਿਲਾਫ ਧਰਮ ਯੁੱਧ ਲੜ ਰਹੇ ਹੈ? ਗਵਰਨਮੈਂਟ ਦੇ ਖਿਲਾਫ ਲੜ ਰਹੇ ਹੈ ਜਾਂ ਪੰਜਾਬ ਦੀ ਧਰਤੀ ਦੇ ਉੱਤੇ ਸਿੱਖਾਂ ਦੇ ਖਿਲਾਫ ਲੜ ਰਹੇ ਹੈ ਜਾਂ ਹਿੰਦੂਆਂ ਦੇ ਖਿਲਾਫ ਲੜ ਰਹੇ ਹੈ? ਇਹਨਾਂ ਨੂੰ ਕਲੀਅਰ ਕਰਨਾ ਚਾਹੀਦਾ। 1095 ਦੇ ਵਿੱਚ ਕ੍ਰੂਸੇਡ ਹੋਇਆ ਵੈਸਟਰਨ ਯੂਰਪ ਦੇ ਵਿੱਚ, 60 ਤੋਂ 70 ਲੱਖ ਲੋਕ ਮਾਰੇ ਗਏ। 1291 ਤੋਂ 1578 ਦੇ ਦਰਮਿਆਨ ਵੀ ਜਿਹੜੇ ਕ੍ਰੂਸੇਡ ਹੋਏ। ਲੇਕਿਨ ਇਹ ਜਿਹੜੇ ਸੋ ਕਾਲਡ ਪਾਸਟਰ ਹੈ, ਇਹ ਕਿਸ ਕਿਸਮ ਦਾ ਕ੍ਰੂਸੇਡ ਚਾਹੁੰਦੇ ਨੇ ਪੰਜਾਬ ਦੀ ਧਰਤੀ ਦੇ ਉੱਤੇ, ਔਰ ਉਹ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ। ਇਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਇਸ ਕ੍ਰੂਸੇਡ ਸ਼ਬਦ ਨੂੰ ਵਰਤਣਾ, ਔਰ ਭਾਰਤ ਸਰਕਾਰ ਲਈ ਵੀ ਇਹ ਸ਼ਬਦ ਜਿਹੜਾ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਲੇਕਿਨ ਮੈਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਸ਼ਾਇਦ ਚਿੰਤਤ ਨਹੀਂ ਹੈ ਇਹਨਾਂ ਵੱਲੋਂ ਵਰਤੇ ਕ੍ਰੂਸੇਡ ਸ਼ਬਦ ਨੂੰ ਲੈ ਕੇ। ਅੱਜ ਐਂਗਲੀਕਨ ਚਰਚ ਦੇ ਬਿਸ਼ਪ ਜਿਹੜੇ ਇੱਥੇ ਆਏ ਆ, ਅਸੀਂ ਇਹਨਾਂ ਨੂੰ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਨੇ ਵਿਦ ਫੈਕਟ, ਤੱਥ-ਰਹਿਤ ਜਾਣਕਾਰੀਆਂ ਨਹੀਂ ਦਿੱਤੀਆਂ। ਸਾਡੇ ਵੀਰ ਆਏ ਆ, ਉਹਨਾਂ ਨੇ ਜਾਣਕਾਰੀਆਂ ਦਿੱਤੀਆਂ। ਇੱਕ ਤਾਂ ਜਿਹੜੇ ਸੋ ਕਾਲਡ ਪਾਸਟਰ ਹੈ ਪਿੰਡਾਂ ਦੇ ਵਿੱਚ ਪੰਜਾਬੀ ਭਾਸ਼ਾ ਨਾਲੋਂ ਤੋੜ ਰਹੇ, ਪਰ ਜਿਹੜੀਆਂ ਜਾਣਕਾਰੀਆਂ ਅਸੀਂ ਇਹਨਾਂ ਨੂੰ ਦਿੱਤੀਆਂ ਨੇ ਇਹ ਸਾਡੇ ਵੀਰਾਂ ਕੋਲੇ ਇਹਦੇ ਵਿਦ ਪ੍ਰੂਫ ਨੇ, ਸਬੂਤ ਨੇ। ਬੱਚਿਆਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਤੋਂ ਰੋਕਿਆ ਜਾ ਰਿਹਾ, ਇੱਥੋਂ ਤੱਕ ਲੰਗਰ ਦੇ ਪ੍ਰਤੀ ਨਫ਼ਰਤ ਫੈਲਾਈ ਜਾ ਰਹੀ। ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਪ੍ਰਤੀ ਜਿਹੜਾ ਜਾਂ ਬਾਣੀ ਦੇ ਪ੍ਰਤੀ ਸ਼ੰਕੇ ਪੈਦਾ ਕੀਤੇ ਜਾ ਰਹੇ। ਗੁਟਕੇ ਪੋਥੀਆਂ ਜਿਹੜੀਆਂ ਸਿੱਖ ਪਰਿਵਾਰਾਂ ਦੇ ਘਰਾਂ ਦੇ ਵਿੱਚ ਹੈ, ਉਹਨਾਂ ਨੂੰ ਸ਼ੈਤਾਨ ਦੀਆਂ ਪੋਥੀਆਂ ਇਹ ਲੋਕ ਕਹਿ ਰਹੇ ਨੇ ਜਿਹੜੇ ਸੋ ਕਾਲਡ ਪਾਸਟਰ ਨੇ। ਸੰਗਾ ਪਿੰਡ ਹੈ ਤਰਨ ਤਾਰਨ ਦੇ ਵਿੱਚ, ਉੱਥੇ ਇੱਕ ਵਿਅਕਤੀ ਵੱਲੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਾਰੇ ਭੱਦੀ ਸ਼ਬਦਾਵਲੀ ਵਰਤੀ। ਬਾਅਦ ਦੇ ਵਿੱਚ ਉਹਨੇ ਮਾਫੀ ਮੰਗੀ, ਪਾਸਟਰ ਨੇ, ਸੋ ਕਾਲਡ ਪਾਸਟਰ ਨੇ, ਔਰ ਉਹ ਮਾਫੀਨਾਮਾ ਜਿਹੜਾ ਸਾਡੇ ਵੀਰਾਂ ਦੇ ਕੋਲ ਹੈ। ਇਸੇ ਤਰ੍ਹਾਂ ਮਜੀਠੇ ਕੋਲ ਇੱਕ ਪਿੰਡ ਹੈ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਉਹ ਛੱਪੜ ਦੇ ਵਿੱਚ ਸੁੱਟੇ ਗਏ। ਜਦੋਂ ਉਹਦੀ ਜਾਂਚ ਹੋਈ ਤੇ ਉਹਦੇ ਪਿੱਛੇ ਇਹ ਸੋ ਕਾਲਡ ਨਕਲੀ ਪਾਸਟਰਾਂ ਵੱਲੋਂ ਜਿਹੜੇ ਭਰਮ ਦੇ ਵਿੱਚ, ਗੁੰਮਰਾਹ ਦੇ ਵਿੱਚ ਜਾਂਦੇ ਲੋਕ ਸੀ, ਉਹ ਸ਼ਾਮਲ ਨਿਕਲੇ। ਇਸੇ ਤਰ੍ਹਾਂ ਰਾਮ ਦੀਵਾਲੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਏ। 7 ਬੰਦਿਆਂ ਨੂੰ 7 ਸਾਲ ਦੀ ਸਜ਼ਾ, 7 ਬੰਦਿਆਂ ਨੂੰ ਨਹੀਂ 7 ਸਾਲ ਦੀ ਸਜ਼ਾ, ਜਿਹੜੇ ਦੋਸ਼ੀ ਸੀ ਉਹਨਾਂ ਨੂੰ 7 ਸਾਲ ਦੀ ਸਜ਼ਾ ਹੋਈ, ਔਰ ਉਹ ਵੀ ਜਿਹੜੇ ਇਹਨਾਂ ਨਕਲੀ ਪਾਸਟਰਾਂ ਵੱਲੋਂ ਗੁੰਮਰਾਹ ਕੀਤੇ ਹੋਏ ਲੋਕ ਸੀ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਰਤੀਆਂ, ਜਿਨ੍ਹਾਂ ਦੇ ਪਿੱਛੇ
सो काल्ड पास्टरां वालों जिहड़े गुमराह कीते लोग है वो जिहड़े ने पाए गए ने विद फैक्ट साडे वीरां कोले जिहड़े वो सारे मौजूद ने। इसे तरह ही एक कोई मक्खन नाम का पास्टर है, एक बीबी नैट के उत्ते उहदी वीडियो पई है जिहड़ी कह रही है कि ये नंगियां होकर प्रार्थनावां करन दी जिहड़ी है सानूं वो गल करदा सी। और इसे तरह ਜਿਹੜੇ ਹਸਪਤਾਲ है खास तौर के उत्ते श्री ਅੰਮ੍ਰਿਤਸਰ साहब ਦੇ ਵਿੱਚ मैटरनिटी हस्पताल है सरकारी, ਉੱਥੇ ਉਹਨਾਂ ਦੇ ਬੰਦੇ ਜਾਂਦੇ ਨੇ और ਜਿਹੜੀਆਂ ਪ੍ਰੈਗਨੈਂਟ ਔਰਤਾਂ ਹੁੰਦੀਆਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇੱਥੋਂ ਦਾਰੂ ਜਿਹੜੀ ਹੈ ਉਹ ਨਾ ਲਓ, ਤੁਸੀਂ ਖਾਂਬੜੇ ਜਿਹੜੀ ਹੈ ਚਰਚ ਬਣੀ ਉੱਥੇ ਜਾਓ, ਤੁਸੀਂ ਠੀਕ ਹੋ ਜਾਓਗੇ। ਗੁੰਮਰਾਹ ਫੈਲਾਏ ਜਾ ਰਹੇ। ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਵਰਤੀਆਂ ਜਿਨ੍ਹਾਂ ਦੇ ਪਿੱਛੇ ਸੋ ਕਾਲ ਪਾਸਟਰ ਜਿਹੜੇ ਆ ਉਹ ਮੌਜੂਦ ਸੀ। ਪਰ ਇਹ ਸਾਰੇ ਸਬੂਤ ਹੈ। ਅਸੀਂ ਇਹਨਾਂ ਦੇ ਸਾਹਮਣੇ ਜਿਹੜੀਆਂ ਸਾਰੀਆਂ ਗੱਲਾਂ ਰੱਖੀਆਂ। ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਇਹਨਾਂ ਨੇ ਇਹ ਸੋ ਕਾਲਡ ਪਾਸਟਰਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਇਹ ਗੱਲ ਜਿਹੜੀ ਹੈ ਜ਼ੋਰ ਸ਼ਾਰ ਦੇ ਨਾਲ ਮੀਟਿੰਗ ਦੇ ਵਿੱਚ ਵੀ ਕਹੀ ਹੈ ਔਰ ਮੀਡੀਆ ਦੇ ਵਿੱਚ ਵੀ ਕਹੀ ਹੈ। ਪਿੱਛੇ ਮੈਂ ਇੱਕ ਬਿਆਨ ਦਿੱਤਾ ਸੀ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਇਹਨਾਂ ਨੂੰ ਬਾਹਰ ਤੋਂ ਫੰਡਿੰਗ ਹੋ ਰਹੀ ਹੈ। ਉਦੋਂ ਬਹੁਤ ਸਾਰੇ ਲੋਕਾਂ ਨੇ ਜਿਹੜਾ ਕਿਹਾ ਕਿ ਕਿੱਥੇ ਸਬੂਤ ਹੈ। ਹੁਣ ਐਂਗਲਿੰਗ ਚਰਚ ਦੇ ਜਿਹੜੇ ਸਾਡੇ ਸੈਕਟਰੀ ਹੈ ਮੈਡਮ, ਇਹਨਾਂ ਨੇ ਖੁਦ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਸਾਡੇ ਕੋਲੇ ਫੈਕਟ ਨੇ, ਸਾਡੇ ਕੋਲੇ ਤੱਥ ਨੇ ਕਿ ਇਹਨਾਂ ਨੂੰ ਬਾਹਰੋਂ ਫੰਡਿੰਗ ਹੋ ਰਹੀ ਹੈ। ਔਰ ਜਿਹੜਾ ਮੈਂ ਬਿਆਨ ਦਿੱਤਾ ਸੀ ਉਹਨੂੰ ਇਹਨਾਂ ਨੇ ਜਿਹੜਾ ਹੈ ਬਿਲਕੁਲ ਦਰੁਸਤ ਸਹੀ ਜਿਹੜਾ ਹੈ ਉਹ ਕਿਹਾ ਕਿ ਹੋ ਰਹੀ ਹੈ ਫੰਡਿੰਗ। ਸਬੂਤ ਜਿਹੜੇ ਉਹ ਕਹਿੰਦੇ ਸਾਡੇ ਕੋਲ ਹੈ। ਬਾਰਡਰ ਸਟੇਟ ਦੇ ਵਿੱਚ, ਬਾਰਡਰ ਏਰੀਏ ਦੇ ਵਿੱਚ ਇਹ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ, ਨਫ਼ਰਤ ਭਾਈਚਾਰਿਆਂ ਦੇ ਵਿੱਚ ਪੈਦਾ ਕਰਨ ਦਾ ਜਿਹੜਾ ਯਤਨ ਹੋ ਰਿਹਾ ਈਸਾਈਅਤ ਦੇ ਨਾਮ ਦੇ ਉੱਤੇ, ਇਹ ਬਹੁਤ ਗਲਤ ਹੋ ਰਿਹਾ। ਕਿਉਂਕਿ ਪੰਜਾਬ ਇੱਕ ਐਸੀ ਸਟੇਟ ਹੈ ਜਿੱਥੇ ਅੱਜ ਤੱਕ ਕਦੇ ਭਾਈਚਾਰਿਆਂ ਦੇ ਵਿੱਚ ਟਕਰਾਵ ਨਹੀਂ ਹੋਏ। ਕਦੇ ਇੱਕ ਭਾਈਚਾਰੇ ਨੇ ਦੂਸਰੇ ਭਾਈਚਾਰੇ ਦੇ ਪ੍ਰਤੀ, ਖਾਸ ਤੌਰ ਦੇ ਉੱਤੇ ਧਾਰਮਿਕ ਗ੍ਰੰਥਾਂ ਦੇ ਪ੍ਰਤੀ ਨਫ਼ਰਤ ਦਾ ਪ੍ਰਚਾਰ ਨਹੀਂ ਕੀਤਾ। ਲੇਕਿਨ ਇਹ ਲੋਕ ਇਹ ਸਭ ਕੁਝ ਜਿਹੜਾ ਉਹ ਕਰ ਰਹੇ ਹੈ। ਅਸੀਂ ਬਹੁਤ ਜਲਦ ਬਾਕੀ ਜਿਹੜੀ ਚਰਚਸ ਨੇ ਉਹਨਾਂ ਦੇ ਨਾਲ ਵੀ ਜਿਹੜਾ ਸਾਡਾ ਸੰਪਰਕ ਹੈ, ਉਹਨਾਂ ਦੇ ਨਾਲ ਵੀ ਅਸੀਂ ਬੈਠਾਂਗੇ। ਜਿਸ ਤਰ੍ਹਾਂ ਦੀ ਕਲੈਰੀਫਿਕੇਸ਼ਨ ਐਂਗਲਿੰਗਨ ਚਰਚ ਨੇ ਦਿੱਤੀ ਹੈ ਉਸ ਤਰ੍ਹਾਂ ਦੀ ਕਲੈਰੀਫਿਕੇਸ਼ਨ ਅਸੀਂ ਜਿਹੜੀ ਹੈ ਉਹਨਾਂ ਤੋਂ ਵੀ ਲਵਾਂਗੇ। ਔਰ ਖਾਸ ਤੌਰ ਤੇ ਵੈਟੀਕਨ ਤੋਂ ਜਿਹੜਾ ਹੈ ਅਸੀਂ ਚਿੱਠੀ ਪੱਤਰ ਰਾਹੀਂ ਜ਼ਰੂਰ ਇਹ ਚਾਹਾਂਗੇ ਉਹਨਾਂ ਨੂੰ ਕਿ ਸਾਨੂੰ ਦੱਸਿਆ ਜਾਵੇ ਕਿ ਇਹ ਜਿਹੜੇ ਸੋ ਕਾਲਡ ਪਾਸਟਰ ਪੰਜਾਬ ਦੀ ਧਰਤੀ ਦੇ ਉੱਤੇ ਕਰ ਰਹੇ ਹੈ ਕੀ ਇਹਦਾ ਈਸਾਈਅਤ ਨਾਲ ਸੰਬੰਧ ਹੈ ਜਾਂ ਨਹੀਂ ਹੈ। ਜਿਵੇਂ ਇਹਨਾਂ ਮੈਡਮ ਨੇ ਕਿਹਾ ਕਿ ਨਹੀਂ ਹੈ, ਤੇ ਜੇ ਨਹੀਂ ਹੈ ਤੇ ਸਰਕਾਰ ਨੂੰ ਫਿਰ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਤਾਂ ਮੈਂ ਅੱਜ ਦੀ ਇਸ ਇਕੱਤਰਤਾ ਦੇ ਉੱਤੇ ਇਹਨਾਂ ਨੂੰ ਵੈਲਕਮ ਕਹਿੰਦਾ। ਔਰ ਸਾਡੇ ਜਿਹੜੇ ਵੀਰ ਆਏ ਆ ਜਿਨ੍ਹਾਂ ਨੇ ਬਹੁਤ ਸਾਰੇ ਮਸਲੇ ਵਿਦ ਫੈਕਟ ਇਹਨਾਂ ਦੇ ਕੋਲ ਉਠਾਏ ਹੈ ਕਿ ਪੰਜਾਬ 'ਚ ਕੀ ਹੋ ਰਿਹਾ, ਕਿਵੇਂ ਗੁਰੂ ਸਾਹਿਬਾਨ ਦੇ ਪ੍ਰਤੀ ਨਫ਼ਰਤ ਇਹ ਸੋ ਕਾਲਡ ਪਾਸਟਰ ਫੈਲਾ ਰਹੇ ਨੇ, ਕਿਵੇਂ ਗੁਰੂ ਗ੍ਰੰਥ ਸਾਹਿਬ ਬਾਰੇ ਮਾੜਾ ਜਿਹੜਾ ਇਹ ਬੋਲ ਰਹੇ ਨੇ। ਇਹ ਸਾਰੇ ਸਬੂਤ ਦਿਖਾਏ ਵੀ ਨੇ, ਇਹਨਾਂ ਨੂੰ ਦੇ ਵੀ ਦਿੱਤੇ ਨੇ ਕਿ ਆਹ ਦੇਖ ਲਓ ਕੀ ਕਰ ਰਹੇ ਨੇ ਇਹ ਸੋ ਕਾਲਡ ਪਾਸਟਰ। ਤਾਂ ਬਹੁਤ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਰਿਜ਼ਲਟ ਨਿਕਲੂਗਾ। ਪਰ ਮੈਂ ਭਾਰਤ ਸਰਕਾਰ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਉਹਦੇ ਜਾਗਣ ਦਾ ਵੇਲਾ ਹੈ। ਬਾਰਡਰ ਸਟੇਟ ਦੇ ਉੱਤੇ ਇਹ ਕੁਝ ਹੋ ਰਿਹਾ ਹੈ, ਨਫ਼ਰਤੀ ਪ੍ਰਚਾਰ ਹੋ ਰਿਹਾ ਹੈ ਬਾਰਡਰ ਸਟੇਟ ਦੇ ਵਿੱਚ, ਇਹ ਸਾਰਾ ਕੁਝ ਹੋ ਰਿਹਾ। ਇਹਨੂੰ ਉਹ ਰੋਕਣ ਦਾ ਯਤਨ ਕਰੇ, ਨਹੀਂ ਤਾਂ ਇਹਦੇ ਨਤੀਜੇ ਜਿਹੜੇ ਹੈ ਉਹ ਭਾਰਤ ਸਰਕਾਰ ਲਈ ਵੀ ਚੰਗੇ ਨਹੀਂ ਨਿਕਲ ਰਹੇ ਹੈ। ਦੂਸਰੀ ਗੱਲ ਦੇਖੋ, ਇਹ ਬਿਸ਼ਪ ਨੇ ਇਹਨਾਂ ਦਾ ਇੱਕ ਪਹਿਰਾਵਾ ਹੈ। ਅਗਰ ਇਸ ਪਹਿਰਾਵੇ ਦੇ ਵਿੱਚ ਜੋ ਪਾਸਟਰ ਬੈਠੇ ਨੇ ਆਪਣੇ ਇੱਕ ਪਹਿਰਾਵੇ ਦੇ ਵਿੱਚ ਈਸਾਈਅਤ ਦਾ ਪ੍ਰਚਾਰ ਕਰਦੇ ਆ, ਸਾਨੂੰ ਕੋਈ ਦਿੱਕਤ ਨਹੀਂ। ਦਸਤਾਰਾਂ ਮੰਨ ਕੇ, ਦਾੜੀਆਂ ਛੱਡ ਕੇ ਈਸਾਈਅਤ ਦਾ ਪ੍ਰਚਾਰ ਕਰਨਾ ਜਾਂ ਈਸਾਈਅਤ ਦੇ ਨਾਮ ਦੇ ਉੱਤੇ ਭਰਮ ਜਾਲ ਫੈਲਾਉਣੇ, ਪਖੰਡ ਜਾਲ ਫੈਲਾਉਣੇ, ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇੱਥੋਂ ਤੱਕ ਵੀ ਸਾਡੇ ਕੋਲ ਸਬੂਤ ਹੈ ਕਿ ਅੱਗੋਂ ਪਿੱਛੋਂ ਇਹ ਬਿਲਕੁਲ ਪੱਗ ਨਹੀਂ ਬੰਨ੍ਹਦੇ, ਲੇਕਿਨ ਜਦੋਂ ਇਹ ਪਿੰਡਾਂ ਜਾ ਕੇ ਸਾਡੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨਾ ਹੁੰਦਾ ਹੈ ਉਦੋਂ ਇਹ ਪੱਗ ਬੰਨ੍ਹ ਕੇ ਜਾਂਦੇ ਨੇ, ਉਦੋਂ ਇਹ ਦਾੜੀ ਖੋਲ੍ਹ ਕੇ ਜਾਂਦੇ ਨੇ, ਉਦੋਂ ਇਹ ਕੁੜਤਾ ਪਜਾਮਾ ਪਾ ਕੇ ਜਾਂਦੇ ਨੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਬਤ ਕਰਦੀਆਂ ਨੇ ਕਿ ਇਹ ਚਲਾਕੀ ਦੇ ਨਾਲ, ਚੁਸਤੀ ਦੇ ਨਾਲ ਸਿੱਖਾਂ ਨੂੰ ਗਲਤ ਪਾਸੇ ਜਿਹੜਾ ਹੈ ਉਹ ਲਾਉਣ ਦਾ ਯਤਨ ਕਰ ਰਹੇ ਨੇ। ਔਰ ਸਿੱਖ ਮਨਾਂ ਦੇ ਵਿੱਚ ਸਾਡੇ ਧਰਮ ਗ੍ਰੰਥਾਂ ਦੇ ਪ੍ਰਤੀ, ਸਾਡੀਆਂ ਮਰਿਆਦਾਵਾਂ ਦੇ ਪ੍ਰਤੀ ਇਹ ਲੋਕ ਨਫ਼ਰਤ ਫੈਲਾ ਰਹੇ ਨੇ। ਔਰ ਇਹਨਾਂ ਨੂੰ ਅਸੀਂ ਕਿਹਾ ਹੈ ਕਿ ਤੁਸੀਂ ਖੁਦ ਇਹ ਸੋ ਕਾਲਡ ਪਾਸਟਰਾਂ ਦੀ ਮੁਖਾਲਫਤ ਕਰੋ, ਅਸੀਂ ਇਹਨਾਂ ਦੇ ਨਾਲ ਹੋਵਾਂਗੇ। ਔਰ ਇਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਬਿਲਕੁਲ ਪਹਿਲਾਂ ਵੀ ਗਵਰਨਮੈਂਟ ਕੋਲ ਇਹਨਾਂ ਦੀਆਂ ਕੰਪਲੇਂਟਸ ਦਿੱਤੀਆਂ ਨੇ, ਕਹਿੰਦੇ ਇਹ ਸਾਡੇ ਨਾਲ ਖੜਨਗੇ। ਕਿਉਂਕਿ ਜਿਹੜਾ ਕੁਝ ਅਸੀਂ ਪਿਛਲੇ ਸਮੇਂ ਦੌਰਾਨ ਕਹਿ ਰਹੇ ਆ, ਸਾਡੇ ਵੀਰ ਪ੍ਰਚਾਰ ਰਹੇ ਆ, ਉਹੀ ਕੁਝ ਇਹਨਾਂ ਨੇ ਜਿਹੜਾ ਆ ਕੇ ਮੀਟਿੰਗ 'ਚ ਵੀ ਕਿਹਾ ਔਰ ਪ੍ਰੈਸ ਦੇ ਸਾਹਮਣੇ ਵੀ ਜਿਹੜਾ ਇਹ ਹੈ ਕਿ ਇਹ ਜਿਹੜਾ ਚਮਤਕਾਰਾਂ ਦੇ ਨਾਂ ਦੇ ਉੱਤੇ ਜਿਹੜਾ ਈਸਾਈਅਤ ਨੂੰ ਬਦਨਾਮ ਕਰਨ ਦਾ ਯਤਨ ਹੋ ਰਿਹਾ, ਇਹ ਬਿਲਕੁਲ ਗਲਤ ਹੋ ਰਿਹਾ। ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਅਗਰ ਸਿੱਖਾਂ ਵੱਲੋਂ ਤਾਂ ਬਿਲਕੁਲ ਨਹੀਂ ਕੀਤਾ ਜਾਊਗਾ। ਇਹਨਾਂ ਨੂੰ ਕਿਹਾ ਕਿ ਤੁਹਾਨੂੰ ਕਰਨਾ ਚਾਹੀਦਾ, ਕਹਿੰਦੇ ਸਾਡੇ ਵੱਲੋਂ ਵੀ ਬਿਲਕੁਲ ਹੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹਦੇ ਲਈ ਅਸੀਂ ਇਹਨਾਂ ਦਾ ਥੈਂਕਸ
ਸਰ ਇਹ ਤਾਂ ਹੋ ਗਿਆ ਡਿਪਲੋਮੈਟਿਕ। ਦੱਸਣਾ ਚਾਹੁੰਦਾ ਹੈ ਕਿ ਨਿਹੰਗਾਂ ਸਿੰਘਾਂ ਨੇ ਵਿਰੋਧ ਨਹੀਂ ਕੀਤਾ। ਨਿਹੰਗ ਸਿੰਘ ਆਪਣੇ ਰਸਤੇ ਤੇ ਜਾ ਰਹੇ ਸੀ, ਉਸ ਪਖੰਡ ਜਾਲ ਦਾ ਵਿਰੋਧ ਪਿੰਡ ਵਾਲੇ ਕਰ ਰਹੇ ਸੀ। ਪਿੰਡ ਵਾਲੇ ਕਰ ਰਹੇ ਸੀ। ਨਿਹੰਗ ਸਿੰਘਾਂ ਨੂੰ ਦੇਖ ਕੇ ਉਹਨਾਂ ਨੇ ਉਹਨਾਂ ਤੋਂ ਸਹਿਯੋਗ ਮੰਗਿਆ ਕਿ ਇਹ ਕੁਝ ਪਖੰਡ ਜਾਲ ਫੈਲਾ ਰਹੇ ਨੇ, ਤੇ ਨਿਹੰਗ ਸਿੰਘ ਜਿਹੜੇ ਆ ਉਹਨਾਂ ਪਿੰਡ ਵਾਲਿਆਂ ਦੇ ਨਾਲ ਜਿਹੜੇ ਆ ਉਹ ਲੱਗੇ ਜ਼ਰੂਰ ਹੈ। ਇਸ ਕਰਕੇ ਉਹਨਾਂ ਦੇ ਮੁਕੱਦਮੇ ਦਰਜ ਕਰਨੇ ਜਿਹੜਾ ਮੈਂ ਸਮਝਦਾ ਇਹ ਵੀ ਕੋਈ ਚੰਗੀ ਗੱਲ ਨਹੀਂ ਹੈ, ਸਰਕਾਰ ਨੂੰ ਵਾਪਸ ਲੈਣੇ ਚਾਹੀਦੇ। ਸਿੰਘ ਸਾਹਿਬ ਫੇਸਬੁੱਕ ਤੇ ਸਾਡਾ ਅੱਜ ਯੂਥ ਜਿੰਨੀ ਫੀਡ ਲੈ ਰਿਹਾ ਹੈ ਸੋਸ਼ਲ ਮੀਡੀਆ ਤੋਂ ਲੈ ਰਿਹਾ ਹੈ, ਔਰ ਸੋਸ਼ਲ ਮੀਡੀਆ ਦੇ ਉੱਤੇ 95% ਜਿਹੜੀ ਫੀਡ ਸਾਡੇ ਯੂਥ ਨੂੰ ਮਿਲ ਰਹੀ ਹੈ ਉਹਦੇ ਬ੍ਰੇਨ ਨੂੰ ਗੰਧਲਾ ਕਰ ਰਹੀ ਹੈ, ਬਰਬਾਦ ਕਰ ਰਹੀ ਹੈ। ਹਰ ਬੰਦਾ ਜਿਹੜਾ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਡਾਕਟਰ ਬਣਿਆ ਬੈਠਾ ਹੈ, ਹਰ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਫਿਲਾਸਫਰ ਬਣਿਆ ਬੈਠਾ ਹੈ, ਹਰ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਵੱਡਾ ਪੱਤਰਕਾਰ ਬਣਿਆ ਬੈਠਾ ਹੈ, ਹਰ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਧਰਮ ਪ੍ਰਚਾਰਕ ਬਣਿਆ ਬੈਠਾ ਹੈ। ਤਾਂ ਸੋਸ਼ਲ ਮੀਡੀਆ ਜਿਹੜਾ ਹੈ ਇਹ ਇੱਕ ਬਹੁਤ ਵਧੀਆ ਚੀਜ਼ ਹੈ, ਲੇਕਿਨ ਇਸ ਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ। ਇਹਦਾ ਚੰਗੇ ਕੰਮ ਲਈ ਯੂਜ਼ ਹੋਣਾ ਚਾਹੀਦਾ ਹੈ, ਕੌਮ ਦੀ ਬਿਹਤਰੀ ਲਈ ਯੂਜ਼ ਹੋਣਾ ਚਾਹੀਦਾ ਹੈ, ਕੌਮ ਦੀਆਂ ਸੰਸਥਾਵਾਂ ਦੀ ਮਜ਼ਬੂਤੀ ਲਈ ਇਸ ਸੋਸ਼ਲ ਮੀਡੀਆ ਨੂੰ ਯੂਜ਼ ਕੀਤਾ ਜਾਣਾ ਚਾਹੀਦਾ ਹੈ। ਲੇਕਿਨ ਉਲਟਾ ਹੋ ਰਿਹਾ ਹੈ, ਇਸ ਸੋਸ਼ਲ ਮੀਡੀਆ ਦਾ ਇਸਤੇਮਾਲ ਜਿਹੜਾ ਹੈ ਜਿਨ੍ਹਾਂ ਦੇ ਬ੍ਰੇਨ ਦੇ ਵਿੱਚ ਸੋਸ਼ਲ ਮੀਡੀਆ ਨੇ ਗਲਤ ਫੀਡ ਪਾ ਦਿੱਤੀ ਹੈ, ਉਹ ਇਸ ਸੋਸ਼ਲ ਮੀਡੀਆ ਦਾ ਇਸਤੇਮਾਲ ਸਾਡੀਆਂ ਸੰਸਥਾਵਾਂ, ਸਾਡੇ ਇੰਸਟੀਟਿਊਸ਼ਨਸ, ਸਾਡੇ ਰਿਚੁਅਲਸ, ਸਾਡੇ ਜਿਹੜੇ ਸਮਾਜ ਦੇ ਜਿਹੜੇ ਸਾਡੇ ਚੰਗੇ ਰਿਸ਼ਤੇ ਹੈ, ਨੈਤਿਕਤਾ ਦੇ ਨਿਯਮ ਨੇ, ਉਹਨਾਂ ਨੂੰ ਇਹ ਗੰਧਲਾ ਕਰ ਰਹੇ ਨੇ, ਭੰਗ ਕਰ ਰਹੇ ਨੇ, ਕਮਜ਼ੋਰ ਕਰ ਰਹੇ ਨੇ। ਸਰ ਕੇਂਦਰ ਸਰਕਾਰ ਦੀ ਤੁਸੀਂ ਗੱਲ ਕੀਤੀ ਕਿ ਜੇਕਰ ਕਹਾਂਗਾ ਕਿ ਇਹ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ। ਬਾਰਡਰ ਸਟੇਟ ਦੇ ਵਿੱਚ ਇਹ ਲੋਕ ਨਫ਼ਰਤ ਫੈਲਾ ਰਹੇ ਨੇ। ਇਹ ਜਿਹੜੇ ਲੋਕ ਬਾਹਰਲੀਆਂ ਸਟੇਟਾਂ ਤੋਂ ਆ ਕੇ ਪੰਜਾਬ ਦੇ ਵਿੱਚ ਰਹਿ ਰਹੇ ਨੇ, ਜੇ ਲੋੜ ਪਈ ਤੇ ਇਹਨਾਂ ਦਾ ਇਸ ਜ਼ਮੀਨ ਦੇ ਨਾਲ ਪਿਆਰ ਨਹੀਂ ਹੈ, ਭੱਜ ਜਾਣਗੇ, ਲੜਨਗੇ ਤਾਂ ਸਾਡੇ ਲੋਕ ਲੜਨਗੇ ਜਿਹੜੇ ਜ਼ਮੀਨ ਤੋਂ ਸਦੀਆਂ ਤੋਂ ਰਹਿ ਰਹੇ ਆ, ਜਿਨ੍ਹਾਂ ਦਾ ਜ਼ਮੀਨ ਦੇ ਨਾਲ ਪਿਆਰ। ਮੁੱਦੇ ਤੇ ਪੰਜਾਬ ਸਰਕਾਰ ਨੂੰ ਵੀ ਸਹਾਇਤਾ ਦੀ ਲੋੜ ਹੈ। ਬਿਲਕੁਲ ਸਹਾਇਤਾ ਦੀ ਲੋੜ ਹੈ। ਮੇਰੀ ਇਸ ਮਸਲੇ ਦੇ ਉੱਤੇ ਗੱਲ ਵੀ ਹੋਈ ਹੈ ਬਹੁਤ ਲੰਬੀ ਚੌੜੀ ਸੀਐਮ ਪੰਜਾਬ ਦੇ ਨਾਲ। ਉਹਨਾਂ ਨੇ ਬੜਾ ਵਧੀਆ ਜਿਹੜਾ ਹਾਂ ਪੱਕੀ ਹੁੰਗਾਰਾ ਭਰਿਆ। ਜ਼ਬਰੀ ਕਨਵਰਜ਼ਨ ਜਿਹੜਾ ਹੈ ਇਹ ਬਿਲਕੁਲ ਪੰਜਾਬ 'ਚ ਬਰਦਾਸ਼ਤ ਨਹੀਂ ਕੀਤਾ। ਸਿੰਘ ਸਾਹਿਬ ਜੀ ਆਏ ਹੋਏ ਨੁਮਾਇੰਦਿਆਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਇਕੱਠਾ ਧੜਾ ਜਾਂ 5 ਅਸੀਂ ਈਸਾਈ ਚਰਚ ਦੇ ਜਿਹੜੇ ਵੱਖਰੀਆਂ ਇਹਨਾਂ ਦੀ ਚਰਚਸ ਨੇ ਉਹਨਾਂ ਤੋਂ ਅਸੀਂ ਨੁਮਾਇੰਦੇ ਲੈ ਕੇ ਇਹਨੂੰ ਅਸੀਂ ਭਾਰਤ ਸਰਕਾਰ ਦੇ ਨਾਲ ਡਾਇਲੌਗ ਕਰਨ ਵਾਸਤੇ ਭੇਜੀਏ ਕਿ ਉਹ ਇਸ ਚੀਜ਼ ਨੂੰ ਰੋਕਣ ਵਾਸਤੇ ਕੂੜ ਪ੍ਰਚਾਰ ਜਿਹੜਾ ਹੋ ਰਿਹਾ ਹੈ ਜਾਂ ਗੁਰੂਡਮ ਜਿਹੜਾ ਹੈ ਈਸਾਈਅਤ ਦੇ ਨਾਂ ਦੇ ਉੱਤੇ ਜਿਹੜਾ ਗੁਰੂਡਮ ਫੈਲ ਰਿਹਾ ਜਾਂ ਡੇਰਾਵਾਦ ਜਿਹੜਾ ਈਸਾਈਅਤ ਦੇ ਨਾਂ ਦੇ ਉੱਤੇ ਫੈਲ ਰਿਹਾ, ਭਾਰਤ ਸਰਕਾਰ ਵੀ ਇਹਨੂੰ ਕਾਬੂ ਕਰਨ ਦੇ ਵਿੱਚ ਈਸਾਈ ਔਰ ਸਿੱਖ ਭਾਈਚਾਰੇ ਦੀ ਮਦਦ ਕਰੇ। ਠੀਕ ਹੈ। Anglican Church, because that is the only legal church in this India, and Constitution of India only accepts and legalize Anglican Church. I have given the Indian Church Act as well as the Christian law. It is written very clearly in that Indian churches are Protestant churches, are Anglican churches, which are two churches. One is Roman Catholic Church. Roman Catholic Church is also legal and they are free to pray here and preach here, prophet here in India, and same as Anglican Church. But not to condemn any religion. They should stick to their religion. They are not authorized to disgrace any other religion. क्या लेडी प्रचार कर सकती है जैसे इंडिया में हो रहा है? देखिए, लेडी प्रचार कर सकती है, ऐसा कहीं मनाही भी नहीं है, पर ये हर एक इंडिविजुअल के ऊपर है कि आप प्रचार करें या नहीं करें। पर प्रचार किस लिए करना है? आपको किसी की बुराई करनी है तो वो प्रचार नहीं होता है। किसी भी रिलीजन की बुराई करना इज नॉट प्रचार। प्रचार जहां आएगा तो किसी की आपको मानवता की भलाई के लिए होगा, या किसी की किसी भगवान की या किसी परमेश्वर की आराधना के लिए प्रचार होता है। हम किसी अपने ईश्वर की, कोई भी भगवान को हम मान रहे हैं उसके बारे में हम बताएं, पर हम किसी भगवान को बुरा कहें ये हमें हक हमारी गवर्नमेंट भी नहीं देती, हमारी बाइबल भी नहीं। कोई व्यक्ति अपने साथ नाम के साथ पैगंबर शब्द यूज कर सकता है जैसे पंजाब में हो रहा है? नहीं, पैगंबर शब्द नहीं यूज किया जा सकता। इसके लिए कानून बना हुआ है इंडियन चर्च दुर्भाग्यवश जो है, दुर्भाग्यवश ऐसा हो रहा है। लेकिन जो कर रहे हैं उसके खिलाफ कोई एक्शन? ये सब स्क्रिप्टेड है। कोई ना कोई इसके पीछे बड़ा हाथ है जो हमारे इस कम्युनिटीज को कम्युनल बना करके फूट डलवा रहा है या इसको खराब करना चाह रहा है। यहाँ पर जो पीस और हार्मनी हमारे बीच में है पंजाब में, उसको खराब करने की कोशिश की जा रही है। हाथ लगा के बिल्कुल ठीक कर देते। ये सब चीजें देखिए बहुत बड़ा फेथ का इशू है। अगर आप इस चीज को फेथ करके आप समझिएगा कि मैं अगर यहाँ बैठी हूँ और मैं चाहूँ कि मैं यहाँ ठीक हो सकती हूँ
आप मेरे ऊपर हाथ रख दें और मैं ठीक हो जाऊं, तो शायद मैं ठीक हो जाऊंगी, ये मेरा विश्वास है। समझ रहे हैं? मैं आपसे बोल सकती हूँ कि आप मेरे ऊपर हाथ रख दें, तो हो सकता है मेरा विश्वास मुझे पर ये कोई किसी और का चमत्कार नहीं है, ये मेरा विश्वास है। चमत्कार की आपने जैसे अभी कॉन्सेंट तो सारा विजिट कर दिया, बट हम होप करें कि आने वाले दिनों में कोई और कार्डिनल्स या सीनियर जो हायरार्की में है, बिशप तक जो ऐसी बात आगे आकर ये कह सकते हैं, कंडेम करें इन चीज़ों को, क्योंकि हमारे बड़ा बिशप साहब इस चीज़ को कंडेम करेंगे। जी, बिशप जॉन आशीष, मेट्रोपॉलिटन कमिश्नरी बिशप जॉन आशीष और मेट्रोपॉलिटन जो हमारे एंग्लिकन चर्च ऑफ इंडिया के हैं, उनको रिप्रेजेंट आप कर रहे हैं और आपको बताएंगे कि हमारे इस एंग्लिकन चर्च में इन चीज़ों को रिलीजियसली बड़ा, इसका एक बहुत बड़ा इशू, मतलब एक बहुत बड़ा विषय है। चमत्कार करना या चमत्कार होना एक बड़ा इशू है कि हम किस चीज़ को कैसे लेते हैं, ये एक इंडिविजुअल के हाथ में है। सबसे पहले तो यही बताइए कि जो कन्वर्जन हो रहा है उसके बारे में आपका क्या कहना है पंजाब में, खास तौर पर? कन्वर्जन एक्चुअली चर्च नहीं करता है। ये जितने भी कन्वर्जन हो रहे हैं ये पर्सनल लोग हैं जो अपनी पर्सनल सोसाइटीज बना के ये काम कर रहे हैं। वो नाम क्रिश्चियनिटी का लेते हैं लेकिन उसका कोई लेन देन क्रिश्चियनिटी से नहीं है। They are not churches. दे आर नॉट चर्चेस। नहीं, चर्च नहीं करता, लेकिन अगर क्रिश्चियनिटी के नाम पर हो रहा है तो ये तो आप यू पीपल शुड बी अवेयर अबाउट इट एंड लीगल एक्शन। हम लोगों ने तो सारे एक्शन ले रखे हैं लेकिन अब दिस इज वेरी अनफॉर्चुनेट कि पंजाब में ऐसी कोई मुहिम दिख नहीं रही। क्रूसेड जिन ਪੰਜਾਬੀ ਸਾਡੇ ਧਰਮ ਯੁੱਧ ਕਹਿੰਦੇ ਕਿ ਕ੍ਰਿਸਚੀਅਨਿਟੀ ਦੇ ਵਿੱਚ ਇਹ ਸ਼ਬਦ ਲਈ ਜਿਹੜੀ ਕੋਈ ਜਗ੍ਹਾ ਹੈਗੀ क्रूसेड ਦੀ ਇਹ ਡਿਫਾਈਨ ਕਰਦਾ क्रिश्चियनिटी में चमत्कार की बात भी चमत्कार नहीं होते हैं, आपका विश्वास आपको बदलता है, आपका विश्वास आपको ठीक करता है। अगर आपका परम पिता परमेश्वर में आपका विश्वास है तो वो आपको ठीक करेगा किसी भी बीमारी से, क्योंकि हम दवा भी करते हैं और दुआ भी करते हैं, तो दोनों ही चीज़ें आपको हेल्प करती हैं। हमारा विश्वास हमें ठीक करता है मेंटली और सोलफुली, और हमें दवाई ठीक करती है डॉक्टर की। मतलब ये तो कहना बिल्कुल ही गलत होगा कि हम दवा ना करें और सिर्फ चले जाएं किसी बाबा के पास में या प्रीस्ट के पास में कि जी पादी साहब आप हमें ठीक कर दो, तो वो नहीं होगा ऐसे जब तक कि आप उसको दवा नहीं करेंगे।